Okay, students, next topic very important and very interesting topic, ਸਿਸਟਮ ਕਾਲਸ। ਓਕੇ, ਅਸੀਂ ਆਪਰੇਟਿੰਗ ਸਿਸਟਮ ਪੜ੍ਹ ਲਿਆ ਕਿ ਅਸੀਂ ਕੋਈ ਵੀ ਆਪਰੇਟਿੰਗ ਸਿਸਟਮ ਹੈ ਜਿਹੜਾ ਯੂਜ਼ਰ ਅਤੇ ਡਿਵਾਈਸ ਦੇ ਵਿੱਚ ਲਿੰਕ ਪ੍ਰੋਵਾਈਡ ਕਰਦੇ ਹੈ, ਜਿਹਦੇ ਕਰਕੇ ਯੂਜ਼ਰ ਹੈ ਜਿਹੜਾ ਕੰਪਿਊਟਰ ਦੇ ਵਿੱਚ ਫਾਈਲ ਐਕਸੈਸ ਕਰਦਾ ਹੈ, ਡਾਕੂਮੈਂਟ ਫਾਈਲ ਖੋਲ੍ਹਦਾ ਹੈ, ਫਾਈਲ ਦੇ ਵਿੱਚ ਕੁਛ ਲਿਖ ਪਾਉਂਦਾ ਹੈ, ਆਪਾਂ ਸੌਂਗ ਸੁਣ ਪਾਉਂਦੇ ਹਾਂ ਜਾਂ ਪੇਂਟ ਕਰ ਸਕਦੇ ਹਾਂ। ਮਤਲਬ ਕੋਈ ਫੋਲਡਰ ਅਸੀਂ ਓਪਨ ਕਰਦੇ ਹਾਂ, ਕੋਈ ਫੋਲਡਰ ਡਿਲੀਟ ਕਰਦੇ ਹੈ, ਨਿਊ ਫੋਲਡਰ ਕ੍ਰੀਏਟ ਕਰਦੇ ਹਾਂ, ਅੱਗੇ ਸਬ ਫੋਲਡਰਸ, ਐਵਰੀਥਿੰਗ ਜਿੰਨਾ ਕੰਮ ਅਸੀਂ ਕੰਪਿਊਟਰ ਦੇ ਉੱਪਰ ਕਰਦੇ ਹਾਂ ਉਹ ਕਿਹਦੇ ਕਰਕੇ ਹੁੰਦਾ ਹੈ, ਕਿਹਦੇ ਥਰੂ ਹੁੰਦਾ ਹੈ? ਆਪਰੇਟਿੰਗ ਸਿਸਟਮ ਦੇ ਥਰੂ ਹੁੰਦਾ ਹੈ। ਠੀਕ ਹੈ, ਹੁਣ ਆਪਰੇਟਿੰਗ ਸਿਸਟਮ ਦੇ ਅੰਦਰ ਵੀ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਕਿੰਨੇ ਨੈਕਸਟ ਕਰਨਲ, ਸਭ ਤੋਂ ਮੇਨ ਕੋਰ ਹੈ ਜਿਹੜੀ ਕਰਨਲ ਹੈ, ਜਿੱਥੋਂ ਸਾਰਾ ਕੁਛ ਹੋ ਕੇ ਨਿਕਲਦਾ ਹੈ। ਕਰਨਲ ਹੀ ਸਾਰਾ ਕੁਛ ਮੈਨੇਜ ਕਰਦਾ ਹੈ, ਪ੍ਰੋਸੈਸ ਮੈਨੇਜਮੈਂਟ, ਸਕੈਡਿਊਲਿੰਗ, ਮੈਮਰੀ, ਪ੍ਰੋਸੈਸ ਇਨਕੋਨੇਸ਼ਨ, ਕਮਿਊਨੀਕੇਸ਼ਨ, ਸਵਿਚਿੰਗ, ਕੰਟਰੋਲ, ਐਵਰੀਥਿੰਗ। ਅਤੇ ਹੁਣ ਗੱਲ ਆਉਂਦੀ ਹੈ, ਜਿਵੇਂ ਹੁਣ ਸਪੋਜ਼ ਕਰੋ ਮੈਂ ਰਾਈਟ ਕਲਿੱਕ ਕਰਕੇ ਨਿਊ ਫੋਲਡਰ ਕ੍ਰੀਏਟ ਕਰਨਾ ਹੈ, ਅਤੇ ਉਹਦੇ ਲਈ ਮੇਰੇ ਸਕਰੀਨ ਦੇ ਉੱਪਰ ਉਹ ਆਟੋਮੈਟਿਕਲੀ ਰਾਈਟ ਕਲਿੱਕ ਕਰਨ ਤੋਂ ਆਪਸ਼ਨ ਆ ਜਾਏਗੀ ਨਿਊ ਫੋਲਡਰ ਦੀ। ਠੀਕ ਹੈ, ਅਤੇ ਮੈਂ ਕਲਿੱਕ ਕਰਕੇ ਨਿਊ ਫੋਲਡਰ ਮੇਰਾ ਕ੍ਰੀਏਟ ਹੋ ਜਾਏਗਾ। ਬਟ ਬੈਕ ਐਂਡ ਦੇ ਉੱਤੇ ਇਹ ਚੀਜ਼ ਕਿਵੇਂ ਚੱਲਦੀ ਹੈ? ਡੂ ਯੂ ਨੋ ਦੈਟ? ਨੋ। ਪਹਿਲੇ ਜਿਹੜੀ ਮੇਰੀ ਰਿਕੁਐਸਟ ਹੈ ਮਤਲਬ ਆਪਰੇਟਿੰਗ ਸਿਸਟਮ ਤੱਕ ਜਾਂਦੀ ਹੈ, ਆਪਰੇਟਿੰਗ ਸਿਸਟਮ ਦੇ ਅੰਦਰ ਜੋ ਵੀ ਕਰਨਲ ਹੈ, ਮਤਲਬ ਜਿਨ੍ਹਾਂ ਨੇ ਵੀ ਇਹ ਫੰਕਸ਼ਨ ਪਰਫੋਰਮ ਕਰਨਾ ਹੈ, ਠੀਕ ਹੈ, ਇਟਸ ਲਾਈਕ ਕਾਲ। ਮੈਂ ਰਾਈਟ ਕਲਿੱਕ ਕੀਤਾ, ਕਾਲ ਜਾਂਦੀ ਹੈ ਕਰਨਲ ਨੂੰ ਕਿ ਬਈ ਯੂਜ਼ਰ ਨੇ ਰਾਈਟ ਕਲਿੱਕ ਕੀਤਾ ਹੈ, ਮੈਨੂੰ ਉਹਨੂੰ ਉਹ ਆਪਸ਼ਨ ਸ਼ੋਅ ਕਰਵਾਉਣੀ ਹੈ। ਮੈਂ ਬਿਲਕੁਲ ਜਨਰਲ ਸਿੰਪਲ ਵੇ ਦੇ ਨਾਲ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ ਕਿ ਤੁਸੀਂ ਇਹ 'ਚ ਕਨਫਿਊਜ਼ ਨਹੀਂ ਹੋਣਾ, ਸੋ ਦੈਟ ਕਿ ਤੁਸੀਂ ਇਮੈਜਿਨ ਕਰ ਪਾਓ ਕਿ ਇਹ ਚੀਜ਼ ਚੱਲਦੀ ਕਿੱਦਾਂ ਹੈ। ਵਾਟ ਇਜ਼ ਸਿਸਟਮ ਕਾਲਸ? ਠੀਕ ਹੈ, ਕਿਸ ਤਰ੍ਹਾਂ ਜਿਹੜਾ ਆਪਰੇਟਿੰਗ ਸਿਸਟਮ ਹੈ ਇੰਟਰੈਕਟ ਵਿਦ ਕੰਪਿਊਟਰ ਸਿਸਟਮ। ਕੰਪਿਊਟਰ ਸਿਸਟਮ ਮਤਲਬ ਆਪਾਂ ਯੂਜ਼ ਕਰਦੇ ਹਾਂ, ਅਤੇ ਕੰਪਿਊਟਰ ਸਿਸਟਮ ਕਿੱਦਾਂ ਆਪਰੇਟਿੰਗ ਸਿਸਟਮ ਅਤੇ ਕੰਪਿਊਟਰ ਆਪਸ 'ਚ ਕਿਵੇਂ ਇੱਕ ਦੂਜੇ ਨਾਲ ਇੰਟਰੈਕਟ ਕਰ ਰਹੇ ਹੈ। ਅਤੇ ਹੁਣ ਮੈਂ ਰਾਈਟ ਕਲਿੱਕ ਕੀਤਾ ਹੈ, ਮੇਰੀ ਜਿਹੜੀ ਕਾਲ ਹੈ ਉਹ ਆਪਰੇਟਿੰਗ ਸਿਸਟਮ ਤੱਕ ਜਾਏਗੀ, ਫਿਰ ਮੈਨੂੰ ਉੱਥੇ ਆਪਸ਼ਨ ਸ਼ੋਅ ਹੋਣੀ ਹੈ, ਫਿਰ ਜਿਹੜੀ ਚੀਜ਼ ਮੈਂ ਸਿਲੈਕਟ ਕਰਨੀ ਆ ਉਹ ਹੋਏਗੀ। ਫੋਲਡਰ ਅਗਰ ਮੈਂ ਕ੍ਰੀਏਟ ਕਰਨਾ ਤਾਂ ਕ੍ਰੀਏਟ ਹੋਏਗਾ। ਠੀਕ ਹੈ, ਕ੍ਰੀਏਟ 'ਤੇ ਕਲਿੱਕ ਕੀਤਾ, ਫਿਰ ਕਾਲ ਜਾਏਗੀ ਆਪਰੇਟਿੰਗ ਸਿਸਟਮ ਨੂੰ ਕਿ ਹਾਂਜੀ ਇਹਨੇ ਕਲਿੱਕ ਕੀਤਾ ਹੈ, ਹੀ ਹੈਜ਼ ਟੂ ਕ੍ਰੀਏਟ ਦਾ ਨਿਊ ਫੋਲਡਰ। ਠੀਕ ਹੈ, ਸਮਝ ਆਇਆ ਨਾ ਤੁਹਾਨੂੰ? ਦੀਜ਼ ਆਰ ਸਿੰਪਲ ਕਾਲਸ। ਜਿਵੇਂ ਜਿਸ ਤਰ੍ਹਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਇੱਕ ਦੂਸਰੇ ਨੂੰ ਕਾਲ ਕਰਦੇ ਹਾਂ। ਹੁਣ ਤੁਸੀਂ ਸਿੰਪਲ ਦੇਖ ਲਓ ਕਿ SIMT ਆ, ਤੁਹਾਨੂੰ ਫੋਨਸ ਅਲਾਊਡ ਨਹੀਂ ਹੈ, ਅਤੇ ਤੁਹਾਡੇ ਪੇਰੈਂਟ ਹੈ ਕਿਆ ਕਰੂੰਗੇ, ਪਹਿਲੇ ਆਫਿਸ ਦੇ ਲੈਂਡਲਾਈਨ 'ਤੇ ਕਾਲ ਕਰੂੰਗੇ। ਠੀਕ ਹੈ, ਲੈਂਡਲਾਈਨ ਦੇ ਅੰਦਰ ਇਕੱਲੇ ਡਿਪਾਰਟਮੈਂਟ ਤੱਕ, ਹੁਣ ਅਗਰ ਕੋਈ ਵੱਡਾ ਕਾਲਜ ਹੈ ਉੱਥੇ ਇੰਜੀਨੀਅਰ ਡਿਪਾਰਟਮੈਂਟ ਹੈ, ਕੰਪਿਊਟਰ ਡਿਪਾਰਟਮੈਂਟ ਹੈ, ਠੀਕ ਹੈ, ਮਕੈਨੀਕਲ ਡਿਪਾਰਟਮੈਂਟ ਹੈ, ਪਹਿਲੇ ਆਫਿਸ ਦੇ ਨੰਬਰ 'ਤੇ ਕਾਲ ਜਾਏਗੀ, ਅੱਗੇ ਕਾਲ ਜਾਏਗੀ ਉਸ ਡਿਪਾਰਟਮੈਂਟ ਨੂੰ ਜਿਸ ਡਿਪਾਰਟਮੈਂਟ 'ਚ ਬੱਚਾ ਪੜ੍ਹਦਾ ਹੈ, ਫਿਰ ਕਾਲ ਜਾਏਗੀ ਉਸ ਕਲਾਸ ਦੇ ਵਿੱਚ ਜਾਏਗੀ ਜਿਸ ਕਲਾਸ 'ਚ ਬੱਚਾ ਪੜ੍ਹਦਾ ਹੈ। ਠੀਕ ਹੈ, ਅੱਗੇ ਤੋਂ ਅੱਗੇ ਕਾਲਸ ਆ ਰਹੀ ਹੈ ਇੱਕ ਆਪਰੇਸ਼ਨ ਪਰਫੋਰਮ ਕਰਨ ਦੇ ਲਈ। ਸੋ ਦਿਸ ਇਜ਼ ਸੇਮ ਲਾਈਕ ਦੀਜ਼ ਆਰ ਸਿਸਟਮ ਕਾਲਸ। ਫਾਈਨ। ਸੋ ਸਿਸਟਮ ਕਾਲ ਸਿਸਟਮ ਇਹਦੀ ਮਤਲਬ ਜਸ ਪਹਿਲੇ ਓਕੇ ਆ ਦੇਖ ਲਓ, ਦੇਰ ਆਰ ਟੂ ਵੇਜ਼ ਕੰਪਿਊਟਰ ਸਿਸਟਮ ਕੈਨ ਇੰਟਰੈਕਟ ਵਿਦ ਆਪਰੇਟਿੰਗ ਸਿਸਟਮ। ਇੱਕ ਤਾਂ ਹੈਗਾ ਹੈ ਆਪਰੇਟਿੰਗ ਸਿਸਟਮ ਕਾਲਸ ਇਨ ਅ ਪ੍ਰੋਗਰਾਮ, ਸਿੱਧਾ ਆਪਰੇਟਿੰਗ ਸਿਸਟਮ ਕਾਲ ਯੂਜ਼ ਕਰੋ, ਡਾਇਰੈਕਟਲੀ ਯੂਜ਼ ਕਰੋ ਆਪਰੇਟਿੰਗ ਸਿਸਟਮ ਕਮਾਂਡਸ ਯੂਜ਼ ਕਰਕੇ ਕਰ ਸਕਦੇ ਹੈ ਬਾਈ ਮੀਨਸ ਆਫ ਸ਼ੈਲਸ। ਇਹ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ, ਯੂ ਜਸਟ ਮੈਂ ਤੁਹਾਨੂੰ ਦੱਸਦਾ ਕਿ ਆਪਰੇਟਿੰਗ ਸਿਸਟਮ ਕਿਵੇਂ ਇੰਟਰੈਕਟ ਕਰਦਾ ਹੈ ਬਾਈ ਸਿਸਟਮ ਕਾਲਸ। ਠੀਕ ਹੈ, ਸਿਮਿਲਰਲੀ ਸਿਸਟਮ ਕਮਾਂਡਸ ਹੁੰਦੀਆਂ, ਇੱਕ ਸ਼ੈਲ ਹੁੰਦਾ ਹੈ। ਠੀਕ ਹੈ ਜੀ, ਇਹ ਹੈਗਾ ਤੁਹਾਡਾ ਸਿਸਟਮ ਕਾਲ। ਸਿਸਟਮ ਕਾਲ ਪ੍ਰੋਵਾਈਡ ਦਾ ਇੰਟਰਫੇਸ ਟੂ ਅ ਰਨਿੰਗ ਪ੍ਰੋਗਰਾਮ, ਦਿਸ ਇਜ਼ ਰਨਿੰਗ ਟੂ ਅ ਰਨਿੰਗ ਪ੍ਰੋਗਰਾਮ ਐਂਡ ਦਾ ਆਪਰੇਟਿੰਗ ਸਿਸਟਮ। ਰਨਿੰਗ ਪ੍ਰੋਗਰਾਮ ਕਿਹਨੂੰ ਕਹਿੰਦੇ ਆ? ਮਤਲਬ ਜੋ ਪ੍ਰੋਗਰਾਮ, ਜੋ ਇੰਸਟਰਕਸ਼ਨ ਚੱਲ ਰਹੀ ਹੈ, ਮੈਂ ਰਾਈਟ ਕਲਿੱਕ ਕੀਤਾ ਹੈ, ਦੈਟ ਇਜ਼ ਆਲਸੋ ਪ੍ਰੋਗਰਾਮ, ਦੈਟ ਇਜ਼ ਆਲਸੋ ਇੰਸਟਰਕਸ਼ਨ, ਉਹ ਵੀ ਇੱਕ ਇੰਸਟਰਕਸ਼ਨ ਹੈ। ਠੀਕ ਹੈ, ਮੈਂ ਰਾਈਟ ਕਲਿੱਕ ਕੀਤਾ ਹੈ, ਮੈਂ ਕੁਛ ਡਿਲੀਟ ਕੀਤਾ, ਉਹ ਵੀ ਇੰਸਟਰਕਸ਼ਨ ਜਾ ਰਹੀ ਹੈ। ਸੋ ਸਿਸਟਮ ਕਾਲ ਕਿਆ ਪ੍ਰੋਵਾਈਡ ਕਰਦਾ ਹੈ? ਇੰਟਰਫੇਸ ਪ੍ਰੋਵਾਈਡ ਕਰਦਾ ਹੈ ਰਨਿੰਗ ਪ੍ਰੋਗਰਾਮ ਦਾ ਐਂਡ ਵਿਦ ਦਾ ਆਪਰੇਟਿੰਗ ਸਿਸਟਮ। ਜੋ ਵੀ ਆਪਾਂ ਮੈਂ ਪ੍ਰੋਗਰਾਮਿੰਗ ਕਰਨੀ ਹੈ, ਜੋ ਮੈਂ ਇੰਸਟਰਕਸ਼ਨ ਕਰਨੀ ਹੈ, ਉਹਦਾ ਆਪਰੇਟਿੰਗ ਸਿਸਟਮ ਦੇ ਨਾਲ ਇੰਟਰਫੇਸ ਪ੍ਰੋਵਾਈਡ ਕਰਦਾ। ਇਟ ਪ੍ਰੋਵਾਈਡ ਇੰਟਰਫੇਸ ਟੂ ਅ ਰਨਿੰਗ ਪ੍ਰੋਗਰਾਮ ਐਂਡ ਆਪਰੇਟਿੰਗ ਸਿਸਟਮ। ਯੂਜ਼ਰ ਪ੍ਰੋਗਰਾਮ, ਇੱਥੇ ਤੁਸੀਂ ਅਸੈਸ ਵਰਡ ਯੂਜ਼ ਕਰੋ ਤਾਂ ਜ਼ਿਆਦਾ ਬੈਟਰ ਹੈ। ਯੂਜ਼ਰ ਪ੍ਰੋਗਰਾਮ ਜੋ ਮੈਂ ਲਿਖ ਰਹੀ ਹਾਂ, ਅਸੈਸ ਆਪਰੇਟਿੰਗ ਸਿਸਟਮ ਸਰਵਿਸ ਥਰੂ ਸੈਟ ਆਫ ਸਿਸਟਮ ਕਾਲਸ। ਸੇਮ ਉਹੀ ਲਾਈਨ ਹੈ, ਜਿਹੜਾ ਯੂਜ਼ਰ ਪ੍ਰੋਗਰਾਮ ਹੈ ਉਹ ਆਪਰੇਟਿੰਗ ਸਿਸਟਮ ਅਸੈਸ ਕਰਦਾ ਹੈ ਬਾਏ ਦਾ ਸੈਟ ਆਫ ਸਿਸਟਮ ਕਾਲਸ। ਠੀਕ ਹੈ, ਸਿਸਟਮ ਕਾਲ ਦੇ ਨਾਲ ਹੀ ਜਿਹੜੀ ਮੇਰੀ ਇੰਸਟਰਕਸ਼ਨ ਹੈ, ਜਿਹੜੇ ਮੇਰੇ ਪ੍ਰੋਗਰਾਮ ਹੈ, ਉਹ ਆਪਰੇਟਿੰਗ ਸਿਸਟਮ ਨੂੰ ਅਸੈਸ ਕਰ ਪਾਉਂਦੇ ਹੈ। ਠੀਕ ਹੈ,
ਇਹ ਇਹਨਾਂ ਨੇ ਐਗਜ਼ਾਮਪਲ ਇਹੀ ਹੈ ਕਿ ਅਗਰ ਅਸੀਂ ਕੋਈ ਨਿਊ ਫਾਈਲ ਕ੍ਰੀਏਟ ਕਰਨੀ ਹੈ ਤਾਂ ਕਿਸ ਕਿਸ ਤਰ੍ਹਾਂ ਦਾ ਕਿੱਦਾਂ ਕਿੱਦਾਂ ਮਤਲਬ ਸਾਨੂੰ ਡਿਸਪਲੇਜ਼ ਆਉਂਦਾ ਹੈ। ਪਹਿਲੇ ਇਨਪੁਟਿੰਗ ਟੂ ਫਾਈਲਸ, ਓਪਨ ਸੋਰਸ ਐਂਡ ਡੈਸਟੀਨੇਸ਼ਨ ਫਾਈਲ, ਇਹ ਹੈ ਕਿ ਇੱਕ ਫਾਈਲ ਤੋਂ ਅਗਰ ਦੂਜੀ ਫਾਈਲ 'ਚ ਮੈਂ ਡਾਟਾ ਕਾਪੀ ਪੇਸਟ ਕਰਨਾ ਹੈ ਤਾਂ ਕਿਹੜੀ ਤਾਂ ਸਿਸਟਮ ਕਾਲ ਕਿਵੇਂ ਚੱਲਦੀ ਹੈ। ਠੀਕ ਹੈ, ਪਹਿਲੇ ਸੋਰਸ ਫਾਈਲ ਜਿੱਥੋਂ ਮੈਂ ਡਾਟਾ ਕਾਪੀ ਕਰਨੇ ਹੈ ਅਤੇ ਡੈਸਟੀਨੇਸ਼ਨ ਫਾਈਲ ਜਿੱਥੇ ਮੈਂ ਪੇਸਟ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਮੈਂ ਸਿੰਪਲ ਅਗਰ ਦੇਖੋ ਤਾਂ ਓਪਨ ਐਂਡ ਸੋਰਸ ਡੈਸਟੀਨੇਸ਼ਨ ਫਾਈਲ ਆਪਣੇ ਕੋਲੋਂ ਸਿਸਟਮ ਕਾਲ ਤੁਸੀਂ ਬਣਾ ਲਓ, ਦੈਨ ਤੁਸੀਂ ਉਹਨੂੰ ਸਿਲੈਕਟ ਕਰਦੇ ਹੋ ਅਤੇ ਉੱਥੇ ਅਗਰ ਨਹੀਂ ਹੈ ਸੋਰਸ ਫਾਈਲ ਤਾਂ ਇੱਕ ਐਰਰ ਮੈਸੇਜ ਵੀ ਆਏਗਾ, ਹੈ ਨਾ। ਅਸੀਂ ਸਿੱਧਾ ਇਹ ਨਹੀਂ ਲੈ ਕੇ ਚੱਲ ਸਕਦੇ ਕਿ ਸੋਰਸ ਫਾਈਲ ਆਲਰੇਡੀ ਐਗਜ਼ਿਸਟਿੰਗ ਹੈਗੀ ਹੈ ਅਤੇ ਡੈਸਟੀਨੇਸ਼ਨ ਵੀ ਹੈਗੀ ਹੈ। ਅਗਰ ਨਹੀਂ ਹੋਈ ਤਾਂ ਪ੍ਰੋਮਪਟ ਐਰਰ ਮੈਸੇਜ ਆਏਗਾ ਦੈਟ ਸੋਰਸ ਫਾਈਲ ਇਜ਼ ਕੈਨ ਨਾਟ ਬੀ ਓਪਨ। ਕਈ ਵਾਰ ਤੁਸੀਂ ਦੇਖਿਆ ਹੋਣਾ ਫਾਈਲਸ ਓਪਨ ਨਹੀਂ ਹੋ ਪਾਉਂਦੀਆਂ। ਠੀਕ ਹੈ, ਅਤੇ ਉੱਥੇ ਐਰਰ ਮੈਸੇਜ ਵੀ ਆਉਂਦਾ ਹੈ ਦਿਸ ਫਾਈਲ ਕੈਨ ਨਾਟ ਬੀ ਓਪਨ। ਠੀਕ ਹੈ, ਬਿਲਕੁਲ ਬੇਸਿਕ ਲੈਵਲ 'ਤੇ ਚੱਲਦੇ ਹਾਂ। ਮਤਲਬ ਬੇਸਿਕ ਲੈਵਲ 'ਤੇ ਕਾਲਸ ਦਾ ਜਿਹੜਾ ਫੰਕਸ਼ਨ ਹੈ ਉਹ ਚੱਲੇਗਾ। ਠੀਕ ਹੈ, ਓਪਨ ਐਰਰ ਮੈਸੇਜ ਇਫ ਸੋਰਸ ਫਾਈਲ ਕੈਨ ਨਾਟ ਬੀ ਓਪਨ, ਦੈਨ ਰੀਡ ਦਾ ਸੋਰਸ ਫਾਈਲ ਰੀਡ ਕਰ ਲਈ, ਸਿਲੈਕਟ ਕਰ ਲਈ। ਠੀਕ ਹੈ, ਰਾਈਟ ਇਨਟੂ ਦਾ ਡੈਸਟੀਨੇਸ਼ਨ ਫਾਈਲ, ਅਤੇ ਉਧਰ ਕਿਹਾ ਮੈਂ ਡੈਸਟੀਨੇਸ਼ਨ ਫਾਈਲ ਦੇ ਵਿੱਚ ਪੇਸਟ ਕਰਤੀ। ਡਿਸਪਲੇ ਸਟੇਟਸ ਇਨਫੋਰਮੇਸ਼ਨ ਰਿਗਾਰਡਿੰਗ ਅਗਰ ਰੀਡ ਰਾਈਟ ਐਰਰ ਕੰਡੀਸ਼ਨ ਕੋਈ ਆ ਜਾਂਦੀ ਹੈ ਤਾਂ ਉੱਥੇ ਸਟੇਟਸ ਇਨਫੋਰਮੇਸ਼ਨ ਸ਼ੋ ਹੋਏਗਾ, ਮਤਲਬ ਇੱਕ ਉਹ ਸ਼ੋ ਹੋ ਜਾਂਦਾ ਹੈ ਡਾਇਲੋਗ ਬਾਕਸ ਦੈਟ ਦਿਸ ਕੈਨ ਨਾਟ ਬੀ ਪੇਸਟਡ। close both the files after the entire file is copied, create a new process। ਅੱਗੇ ਤੁਸੀਂ ਹੋਰ ਕੁਛ ਕਰਨਾ ਚਾਹੁੰਦੇ ਹੋ then you can। ਠੀਕ ਹੈ, ਇਹ ਹੋ ਗਿਆ ਕਾਪੀ ਫਰੋਮ ਵਨ ਫਾਈਲ ਟੂ ਅਨਦਰ ਫਾਈਲ। ਓਕੇ, ਅਤੇ ਕਿਹੜੀਆਂ ਸਿਸਟਮ ਕਾਲਸ ਹੁੰਦੀਆਂ ਹੈ ਪ੍ਰੋਸੈਸ ਦੇ ਰਿਲੇਟਡ, ਕਿਹੜੀਆਂ ਸਿਸਟਮ ਕਾਲਸ ਹੈ। ਐਂਡ ਹੈ, ਅਬੋਰਟ ਹੈ। ਐਂਡ ਮਤਲਬ ਪ੍ਰੋਸੈਸ ਜਦੋਂ ਖਤਮ ਹੋ ਜਾਂਦੀ ਹੈ ਦੈਟ ਇਜ਼ ਐਂਡ। ਅਬੋਰਟ ਕਿਆ ਹੈ, ਪ੍ਰੋਸੈਸ ਚੱਲ ਰਹੀ ਹੈ ਵਿੱਚ ਹੀ ਰੋਕਤੀ, ਦੈਟ ਇਜ਼ ਅਬੋਰਟ। ਠੀਕ ਹੈ, ਐਂਡ ਹੁੰਦਾ ਜਦੋਂ ਕੰਪਲੀਟ ਐਂਡ ਹੋ ਜਾਂਦਾ। ਲੋਡ ਐਗਜ਼ੀਕਿਊਟ ਕਰਵਾਉਂਦੇ ਅਸੀਂ ਪ੍ਰੋਗਰਾਮਸ ਨੂੰ, ਪ੍ਰੋਸੈਸਿਸ ਨੂੰ, ਇਹ ਪ੍ਰੋਸੈਸ ਰਿਲੇਟਡ ਸਿਸਟਮ ਕਾਲਸ ਹੈ। ਠੀਕ ਹੈ, ਹੋਰ ਅਸੀਂ ਕਿਆ ਕਰਦੇ ਹਾਂ, ਕ੍ਰੀਏਟ ਕਰਦੇ ਹਾਂ ਪ੍ਰੋਸੈਸ, ਟਰਮੀਨੇਟ ਕਰਦੇ ਹਾਂ, ਗੈਟ ਪ੍ਰੋਸੈਸ ਐਟਰੀਬਿਊਟ, ਵੇਟ ਫॉर ਟਾਈਮ, ਵੇਟ ਇਵੈਂਟ, ਸਿਗਨਲ ਇਵੈਂਟ, ਐਲੋਕੇਟ ਐਂਡ ਫ੍ਰੀ ਮੈਮਰੀ ਅਸੀਂ ਐਲੋਕੇਟ ਕਰਨੀ ਹੁੰਦੀ ਹੈ। ਅਸੀਂ ਨਹੀਂ, ਮਤਲਬ ਸਿਸਟਮ ਦੇ ਅੰਦਰ ਇਹ ਸਭ ਕੁਛ ਚੱਲਦਾ ਹੈ। ਮੈਮਰੀ ਐਲੋਕੇਟ, ਜਦੋਂ ਕੋਈ ਪ੍ਰੋਸੈਸ ਚੱਲਦੀ ਹੈ ਅਤੇ ਉਹਨੂੰ ਮੈਮਰੀ ਚਾਹੀਦੀ ਹੁੰਦੀ ਹੈ ਚੱਲਣ ਦੇ ਲਈ, ਰੈਮ ਦੇ ਵਿੱਚ ਉਹਦਾ ਰੋਮ ਦੇ ਵਿੱਚ ਉਹ ਚੱਲ ਰਿਹਾ ਹੁੰਦਾ ਸਿਸਟਮ। ਦੈਨ ਕਿਆ ਐਲੋਕੇਟ, ਅਤੇ ਉਸ ਤੋਂ ਬਾਅਦ ਮੈਮਰੀ ਫ੍ਰੀ ਵੀ ਕਰਾਉਣੀ ਹੁੰਦੀ ਹੈ। ਦੈਨ ਫਾਈਲ ਮੈਨੇਜਮੈਂਟ ਦੇ ਰਿਲੇਟਡ ਕਿਹੜੀਆਂ ਸਿਸਟਮ ਕਾਲਸ ਹੈ, ਕ੍ਰੀਏਟ ਫਾਈਲ ਕਰਦੇ ਹਾਂ, ਡਿਲੀਟ ਕਰਦੇ ਹਾਂ, ਓਪਨ ਕਲੋਜ਼, ਰੀਡ ਰਾਈਟ, ਰੀਪੋਜੀਸ਼ਨ, ਗੈਟ ਫਾਈਲ ਐਟਰੀਬਿਊਟਸ। ਡਿਵਾਈਸ ਮੈਨੇਜਮੈਂਟ ਦੇ ਰਿਲੇਟਡ, ਹੁਣ ਡਿਵਾਈਸ ਮੈਨੇਜਮੈਂਟ ਦੇ ਰਿਲੇਟਡ ਸਿਸਟਮ ਕਾਲਸ ਕਿਹੜੀਆਂ ਹੁੰਦੀਆਂ ਹੈ। ਹੁਣ ਅਸੀਂ ਪ੍ਰਿੰਟਰ ਅਸੈਸ ਕਰਨਾ ਹੈ, ਰਾਈਟ ਕਲਿੱਕ ਕਰਕੇ ਮੈਂ ਕੰਟਰੋਲ P ਕਰਕੇ ਮੈਂ ਪ੍ਰਿੰਟ ਕਢਾਉਣਾ ਹੈ, ਸਕੈਨ ਕਰਨਾ ਹੈ, ਮੈਂ ਮਿਊਜ਼ਿਕ ਪਲੇ ਕਰਨਾ ਹੈ। ਦੈਨ ਉਹ ਡਿਵਾਈਸ ਅਸੈਸ ਕਰਨੀ ਹੈ। ਹਾਰਡ ਡਿਸਕ ਤੋਂ ਮੈਂ ਡਾਟਾ ਰੀਡ ਕਰਨਾ ਹੈ। ਹਾਰਡ ਡਿਸਕ ਤੋਂ ਡਾਟਾ ਰੀਡ ਕਰਨਾ ਮਤਲਬ ਮੈਂ ਫਾਈਲ ਖੋਲ੍ਹ ਕੇ ਫਾਈਲ ਓਪਨ ਕਰਨੀ ਹੈ। ਉਹ ਕਿਆ ਹੈ, ਹਾਰਡ ਡਿਸਕ ਤੋਂ ਮੈਂ ਡਾਟਾ ਲੈ ਰਹੀ ਹਾਂ। ਇਟਸ ਨੋਟ ਕਿ ਜਸਟ ਹਾਂ ਮੈਂ ਕਲਿੱਕ ਕਰ ਲਿਆ ਅਤੇ ਹੋ ਗਿਆ, ਨੋ। ਡਿਵਾਈਸ ਮੈਨੇਜਮੈਂਟ, ਜੋ ਵੀ ਅਸੀਂ ਆਪਾਂ ਡਾਟਾ ਸੇਵ ਕਰਦੇ ਹਾਂ ਉਹ ਅਸੀਂ ਪਰਮਾਨੈਂਟਲੀ ਸੇਵ ਕਰਦੇ ਹਾਂ, ਹੈ ਨਾ। ਕੰਟਰੋਲ S ਕਰਕੇ, ਕੰਟਰੋਲ ਸੇਵ ਐਜ਼ ਕਰਕੇ ਪਰਮਾਨੈਂਟਲੀ ਉਹ ਹਾਰਡ ਡਿਸਕ ਦੇ ਵਿੱਚ ਹੀ ਸਟੋਰ ਹੁੰਦਾ ਹੈ। ਸੋ ਉਹ ਵੀ ਇੱਕ ਡਿਵਾਈਸ ਅਸੈਸਿੰਗ ਹੈ ਕਿ ਅਗਰ ਮੈਂ ਕੋਈ ਫਾਈਲ ਓਪਨ ਕਰਨੀ ਹੈ। ਠੀਕ ਹੈ, ਅਤੇ ਡਿਵਾਈਸ ਮੈਨੇਜਮੈਂਟ ਅਤੇ ਫਾਈਲ ਓਪਨ ਕਰਨੀ ਹੈ ਅਤੇ ਉਹਦੇ ਲਈ ਵੀ ਪਹਿਲੇ ਰਿਕੁਐਸਟ ਜਾਂਦੀ ਹੈ ਹਾਰਡ ਡਿਸਕ ਕੋਲ ਕਿ ਹਾਂਜੀ ਇਹ ਥਾਊਜ਼ੈਂਡਸ ਆਫ ਫਾਈਲ ਹੈ, ਇਸ ਬੰਦੇ ਨੇ ਇਸ ਫਾਈਲ 'ਤੇ ਕਲਿੱਕ ਕੀਤਾ ਹੈ ਅਤੇ ਇਹ ਓਪਨ ਹੋਣੀ ਹੈ ਫਾਈਲ। ਉਹ ਠੀਕ ਹੈ, ਅਤੇ ਉਹ ਜਿਹੜਾ ਇੱਕ ਛੋਟੀ ਜਿਹੀ ਕਲਿੱਕ ਵੀ ਹੈ ਅਤੇ ਤਾਂ ਹੀ ਉਹ ਓਪਨ ਹੋਏਗਾ ਜਦੋਂ ਪਹਿਲੇ ਸਿਸਟਮ ਕਾਲ ਜਾਂਦੀ ਹੈ ਡਿਵਾਈਸ ਮੈਨੇਜਮੈਂਟ ਤੱਕ। ਕਰਨਲ ਅੱਗੇ ਪ੍ਰੋਸੈਸ ਕਰਦਾ ਹੈ ਕਿ ਹਾਂ ਰਿਕੁਐਸਟ ਆਈ ਹੈ, ਦੈਨ ਠੀਕ ਹੈ ਰਿਲੀਜ਼ ਦਾ ਡਿਵਾਈਸ, ਰੀਡ ਰਾਈਟ। ਹੁਣ ਅਸੀਂ ਫਾਈਲ ਓਪਨ ਕਰ ਲੈਂਦੇ ਹਾਂ, ਫਾਈਲ ਦੇ ਵਿੱਚ ਚੇਂਜਸ ਕਰ ਲੈਂਦੇ ਹਾਂ, ਰੀਡ ਕਰਕੇ ਛੱਡ ਦਿੰਦੇ ਹਾਂ, ਬੰਦ ਕਰ ਦਿੰਦੇ ਹਾਂ। ਕੁਛ ਉਹਦੇ 'ਚ ਰਾਈਟ ਕਰ ਲੈਂਦੇ ਹਾਂ, ਕੁਛ ਅੱਗੇ ਪਿੱਛੇ ਕਰ ਲਿਆ, ਡਾਟਾ ਰੀਪੋਜੀਸ਼ਨ ਕਰ ਲਿਆ। ਠੀਕ ਹੈ, ਉਹ ਕਿੱਥੇ ਜਾ ਕੇ ਸਟੋਰ ਹੋ ਰਿਹਾ ਹੈ, ਡਿਵਾਈਸ 'ਤੇ ਜਾ ਕੇ ਸਟੋਰ ਹੋ ਰਿਹਾ ਹੈ ਨਾ, ਕੰਟਰੋਲ S ਕਰਨ ਤੋਂ ਬਾਅਦ। ਅਤੇ ਮਤਲਬ ਉਹ ਵੀ ਕਿਆ ਹੈ, ਡਿਵਾਈਸ ਦੇ ਰਿਲੇਟਡ ਸਿਸਟਮ ਕਾਲਸ ਹੈ ਕਿ ਹਾਂਜੀ ਆਹ ਫਾਈਲ ਹੈਗੀ ਹੈ, ਇਹ ਹੁਣ ਹਾਰਡ ਡਿਸਕ 'ਚ ਸਟੋਰ ਹੋਣ ਜਾ ਰਹੀ ਹੈ, ਇਹਦੇ 'ਚ ਆਹ ਰੀਡ ਕੀਤਾ ਹੈ ਬੰਦੇ ਨੇ, ਆਹ ਰਾਈਟ ਕੀਤਾ ਹੈ ਅਤੇ ਇਹਨੂੰ ਸੇਵ ਕਰੋ, ਆਹ ਰੀਪੋਜੀਸ਼ਨ ਕੀਤਾ ਹੈ ਕੰਟਰੋਲ S ਕਰਕੇ, ਇਹਨੂੰ ਸੇਵ ਕਰਨਾ ਹੈ। ਮੀਨਸ ਇਹ ਡਿਵਾਈਸ ਮੈਨੇਜਮੈਂਟ 'ਚ ਵੀ ਰੀਡ ਰਾਈਟ ਰੀਪੋਜੀਸ਼ਨ, ਆਈ ਹੋਪ ਯੂ ਅੰਡਰਸਟੈਂਡ ਕਿ ਰੀਡ ਰਾਈਟ ਇੱਥੇ ਵੀ ਕਿਉਂ ਲਿਖਿਆ ਹੋਇਆ
information maintenance, get time or date, get system data, get process files, set communication related system calls ਕਿਹੜੀਆਂ ਹੋਣੀਆਂ, create, delete, send, receive messages, transfer status, attach and detach. ਇੱਕ ਜਸਟ ਹੋਰ ਹੈ ਕਿ ਇੰਟਰਨਲੀ ਸਪੋਜ਼ ਜਿਵੇਂ ਇਹ ਤੁਹਾਡਾ ਮੈਮਰੀ ਦਾ ਕੰਸੈਪਟ ਅਸੀਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ ਕੰਪਿਊਟਰ ਦੇ ਵਿੱਚ, ਲਾਈਕ ਅੱਛਾ ਇੱਕ ਪ੍ਰੋਗਰਾਮ ਹੁੰਦਾ ਹੈ ਅਤੇ ਇੱਕ ਪ੍ਰੋਸੈਸ ਹੁੰਦੀ ਹੈ। ਇਹ ਅੱਗੇ ਛੋਟਾ ਜਿਹਾ ਕੰਸੈਪਟ ਆਏਗਾ। ਪ੍ਰੋਗਰਾਮ ਹੁੰਦਾ ਜਿਹੜਾ ਆਪਾਂ ਸੀ ਦਾ ਪ੍ਰੋਗਰਾਮ ਲਿਖ ਲਿਆ ਜੀ, ਏ ਇੰਟ ਬੀ ਦੈਨ ਸਮ ਇਕੁਅਲ ਟੂ A+B, ਦੈਟ ਇਜ਼ ਅ ਪ੍ਰੋਗਰਾਮ। ਅਤੇ ਉਹ ਪ੍ਰੋਗਰਾਮ ਜਦੋਂ ਰਨਿੰਗ ਮੋਡ 'ਚ ਹੋ ਜਾਂਦਾ ਹੈ, ਜਦੋਂ ਅਸੀਂ ਇਹਨੂੰ ਕੰਪਾਈਲ ਕਰਕੇ ਰਨ ਕਰਦੇ ਹਾਂ ਅਤੇ ਉਹਨੂੰ ਅਸੀਂ ਪ੍ਰੋਸੈਸ ਬੋਲ ਦਿੰਦੇ ਹਾਂ। ਠੀਕ ਹੈ, ਪਹਿਲੇ ਉਹ ਆਪਾਂ ਪ੍ਰੋਗਰਾਮ ਲਿਖਦੇ ਹਾਂ ਅਤੇ ਜਦੋਂ ਉਹ ਚੱਲ ਪੈਂਦਾ ਹੈ ਅਤੇ ਉਹਨੂੰ ਕਿਹਾ ਹੈ ਅਸੀਂ ਪ੍ਰੋਸੈਸ ਹੀ ਚੱਲ ਰਹੀ ਹੁੰਦੀ ਹੈ। ਪ੍ਰੋਗਰਾਮ ਤਾਂ ਅਸੀਂ ਚਲੋ ਕਹਿ ਦਿੰਦੇ ਕਿ ਪ੍ਰੋਗਰਾਮ ਚਲਾ ਤਾ, ਬਟ ਪ੍ਰੋਗਰਾਮ ਜਦੋਂ ਚੱਲ ਪੈਂਦਾ ਹੈ ਤਾਂ ਉਹ ਇੱਕ ਪ੍ਰੋਸੈਸ ਬਣ ਜਾਂਦੀ ਹੈ, ਯਾਦ ਰੱਖਣਾ। ਸੋ ਜਿਵੇਂ ਇਸ ਤਰ੍ਹਾਂ ਆਪਾਂ ਰਿਪਰੈਜ਼ੈਂਟ ਕਰਦੇ ਹਾਂ, ਕੋਈ ਪ੍ਰੋਸੈਸ ਹੈ, ਰੈਮ ਹੈ, ਦੈਨ ਹੇਅਰ ਇਜ਼ ਅ ਕਰਨਲ, ਜੋ ਵੀ ਇਨਫੋਰਮੇਸ਼ਨ ਜਾਂਦੀ ਹੈ ਪ੍ਰੋਸੈਸ ਕਰਨਲ ਤੋਂ ਮਤਲਬ ਕਰਨਲ ਤੋਂ ਹੋ ਕੇ ਹੀ ਸਾਰੀਆਂ ਸਿਸਟਮ ਕਾਲਸ ਆਉਂਦੀਆਂ ਹੈ। ਲਾਈਕ ਮੈਂ ਤਾਂ ਜਸਟ ਵੈਸੇ ਹੀ ਡਰਾ ਕੀਤਾ ਹੈ, ਵੀ ਸੇਵ ਇਨ ਹਾਰਡ ਡਿਸਕ ਐਂਡ ਇਨ ਦ ਸੈਕੰਡਰੀ ਮੈਮਰੀ, ਹਾਰਡ ਡਿਸਕ ਐਂਡ ਸੈਕੰਡਰੀ, ਮਤਲਬ ਸੈਕੰਡਰੀ ਮੈਮਰੀ ਕਿਹੜੀ ਹੁੰਦੀ ਹੈ, ਹਾਰਡ ਡਿਸਕ ਹੀ ਹੁੰਦੀ ਹੈ। ਠੀਕ ਹੈ, ਤੁਹਾਨੂੰ ਪਤਾ ਹੈ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਕੋਈ ਫਾਈਲ 'ਚ ਓਪਨ ਕੀਤੀ ਹੈ, ਦੈਨ ਉਹ ਮੇਨ ਮੈਮਰੀ ਦੇ ਥਰੂ ਸਾਨੂੰ ਅਸੈਸ ਹੁੰਦੀ ਹੈ। ਠੀਕ ਹੈ, ਟੈਂਪਰੇਰੀ ਅਸੀਂ ਉਹਨੂੰ ਓਪਨ ਕਰਦੇ ਹਾਂ, ਫਿਰ ਉਹਨੂੰ ਬੰਦ ਕਰ ਦਿੰਦੇ ਹਾਂ। ਬੰਦ ਕਰਨ ਤੋਂ ਬਾਅਦ ਸੈਕੰਡਰੀ ਮੈਮਰੀ 'ਚ ਰਹਿੰਦੀ ਹੈ, ਜਿੰਨਾ ਟਾਈਮ ਸਾਨੂੰ ਸਕਰੀਨ 'ਤੇ ਵਿਜ਼ੀਬਲ ਹੁੰਦੀ ਹੈ, ਦੈਟ ਇਜ਼ ਥਰੂ ਦਾ ਮੇਨ ਮੈਮਰੀ। ਤਾਂ ਇਹ ਤੁਹਾਡਾ ਸਿਸਟਮ ਕਾਲ ਦਾ ਕੰਸੈਪਟ ਹੈ। ਸਰਚ ਔਨ ਦ ਇੰਟਰਨੈਟ, ਸਰਚ ਔਨ ਦ YouTube, you will have a very nice or good lectures for these, ਬਟ ਇਹ ਵੀ ਆਈ ਹੋਪ ਤੁਹਾਨੂੰ ਮੇਰਾ ਹੀ ਸਮਝ ਆ ਗਿਆ ਹੋਏਗਾ। ਬਟ ਅਗਰ ਨਹੀਂ, ਦੈਨ ਤੁਸੀਂ ਆਪਣਾ ਨੌਲੇਜ ਥੋੜ੍ਹਾ ਹੋਰ ਇਨਕਰੀਜ਼ ਕਰੋ, ਹੋਰ ਇਹਦੇ ਬਾਰੇ ਪੜ੍ਹੋ, ਅਤੇ ਜਿੰਨਾ ਅਸੀਂ ਪਹਿਲੇ ਕਰ ਚੁੱਕੇ ਹਾਂ ਉਹਦੇ ਰਿਲੇਟਡ ਵੀ ਪੜ੍ਹੋ। ਓਕੇ, ਥੈਂਕ ਯੂ।